ਸਤਿ ਸ਼੍ਰੀ ਅਕਾਲ। ਪੰਜਾਬੀ ਖਬਰਾਂ ਦੇ ਇਸ ਬੁਲਟਨ 'ਚ ਮੈਂ ਰਮਨ ਬਾਜਵਾ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਬੁਲਟਨ ਦਾ ਆਗਾਜ਼ ਕਰਾਂਗੇ ਪਰ ਸਭ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਹੈਡਲਾਈਨਸ ਤੇ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ G20 ਸੰਮੇਲਨ ਵਿੱਚ ਕੀਤੀ ਸ਼ਿਰਕਤ। ਕਿਹਾ ਕੋਰੋਨਾ ਸੰਕਟ ਮਨੁੱਖ ਦੇ ਇਤਿਹਾਸ ਵਿੱਚ ਟਰਨਿੰਗ ਪੁਆਇੰਟ। विश्व सेहत संगठन ने दुनिया ਨੂੰ कोरोना करके ਕੀਤਾ खबरदार। ਕਿਹਾ ਜੇਕਰ ਸਮਾਂ ਰਹਿੰਦੇ ਨਹੀਂ ਸੰਭਲੇ ਤਾਂ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਫੈਲਣ ਦਾ ਸ਼ੱਕ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਪ੍ਰਗਟ ਕਰਦਾ ਹੈਰਾਨੀਕੁਨ ਕਿੱਸਾ ਆਇਆ ਸਾਹਮਣੇ। ਭਗਵਾਨ ਜਗਨਨਾਥ ਦੇ ਮੰਦਿਰ ਛੱਡ ਸੁਣਿਆ ਸੀ ਗੁਰੂ ਨਾਨਕ ਦੇਵ ਜੀ ਦਾ ਕੀਰਤਨ। ਉੜੀਸਾ 'ਚ ਲਿਖੀ ਪਾਂਡੂ ਲਿਪੀ ਵਿੱਚ ਦਰਜ ਹੈ ਬਿਰਤਾਂਤ। G20 ਦਾ 2 ਦਿਨਾਂ शिखर ਸੰਮੇਲਨ ਸ਼ਨੀਵਾਰ ਤੋਂ ਸ਼ੁਰੂ ਹੋਇਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸੰਮੇਲਨ ਵਿੱਚ ਸ਼ਾਮਿਲ ਹੋਏ। G20 ਸੰਮੇਲਨ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਸੰਕਟ ਮਨੁੱਖ ਦੇ ਇਤਿਹਾਸ ਵਿੱਚ ਟਰਨਿੰਗ ਪੁਆਇੰਟ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਦੂਜੇ ਵਿਸ਼ਵ ਯੁੱਧ ਦੇ ਬਾਅਦ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਬੈਠਕ ਤੋਂ ਬਾਅਦ ਪੀਐਮ ਮੋਦੀ ਨੇ ਟਵੀਟ ਕੀਤਾ ਕਿ G20 ਲੀਡਰਾਂ ਦੇ ਨਾਲ ਬਹੁਤ ਹੀ ਉਪਯੋਗੀ ਚਰਚਾ ਹੋਈ ਹੈ। ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾਵਾਂ ਨਾਲੋਂ ਯਤਨਾਂ ਨਾਲ ਨਿਸ਼ਚਿਤ ਰੂਪ ਨਾਲ ਇਸ ਮਹਾਮਾਰੀ ਤੋਂ ਤੇਜ਼ੀ ਨਾਲ ਰਿਕਵਰੀ ਕੀਤੀ ਜਾਏਗੀ। ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਨੂੰ ਖਾਸ ਕਰਕੇ ਯੂਰਪ ਦੇਸ਼ਾਂ ਨੂੰ ਖਬਰਦਾਰ ਕੀਤਾ ਹੈ ਕਿ ਜੇਕਰ ਸਮਾਂ ਰਹਿੰਦੇ ਨਹੀਂ ਚੇਤਾ ਤਾਂ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਫੈਲਣ ਦਾ ਸ਼ੱਕ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਯੂਰਪ ਦੇਸ਼ਾਂ ਨੇ ਲੋੜੀਂਦੇ ਉਪਾਅ ਨਹੀਂ ਕੀਤੇ ਨੇ। ਇਸ ਦੇ ਚੱਲਦੇ ਯੂਰਪ ਦੇਸ਼ਾਂ ਵਿੱਚ ਕੋਵਿਡ-19 ਦੀ ਦੂਜੀ ਲਹਿਰ ਆਈ ਹੈ। ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਦੂਤ ਡੇਵਿਡ ਨਾਬਰੋ ਨੇ ਕਿਹਾ ਕਿ ਹੁਣ ਵੀ ਸਮਾਂ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਖਤ ਉਪਾਅ ਕੀਤੇ ਜਾਣਗੇ, ਨਹੀਂ ਤਾਂ 2021 ਦੀ ਸ਼ੁਰੂਆਤ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਦੂਤ ਨੇ ਅਖਬਾਰਾਂ ਨੂੰ ਦਿੱਤੀ ਗਈ ਇੰਟਰਵਿਊ 'ਚ ਕਿਹਾ ਕਿ ਗਰਮੀਆਂ ਦੇ ਮਹੀਨੇ ਵਿੱਚ ਯੂਰਪ ਦੇਸ਼ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਨਹੀਂ ਹੋ ਸਕਿਆ। ਇਸ ਲਈ ਦੁਨੀਆ ਨੂੰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਦੇਖਣਾ ਪਿਆ। ਡੇਵਿਡ ਨਾਬਰੋ ਨੇ ਕਿਹਾ ਕਿ ਇਹ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਹੈ। ਜੇਕਰ ਅਸੀਂ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਨਹੀਂ ਕਰਦੇ ਤਾਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਇੱਕ ਤੀਜੀ ਲਹਿਰ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਸੰਕਰਮਣ ਦੀ ਦਰ ਵਧ ਰਹੀ ਹੈ। ਜਰਮਨੀ ਤੇ ਫਰਾਂਸ ਵਿੱਚ ਸ਼ਨੀਵਾਰ ਨੂੰ ਸੰਯੁਕਤ ਰੂਪ ਨਾਲ 33,000 ਨਵੇਂ ਮਾਮਲੇ ਸਾਹਮਣੇ ਆਏ ਨੇ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਇੱਕ ਦਿਨ ਦੇ ਅੰਦਰ 45,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਨੇ। ਇਸ ਨਾਲ ਹੀ ਪ੍ਰਭਾਵਿਤਾਂ ਦੇ ਕੁੱਲ ਮਾਮਲਿਆਂ ਦੀ ਗਿਣਤੀ ਲਗਭਗ 91 ਲੱਖ ਹੋ ਗਈ ਹੈ। ਉੱਥੇ ਹੀ ਮਹਾਮਾਰੀ ਤੋਂ ਉਭਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਕੇ 85 ਲੱਖ ਹੋ ਗਈ ਹੈ। ਸਿਹਤਯਾਬ ਹੋਣ ਵਾਲੇ ਲੋਕਾਂ ਦੀ ਹੁਣ ਦਰ 93.6% ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਕੁੱਲ 90,95,807 ਮਾਮਲੇ ਨੇ। 24 ਘੰਟਿਆਂ ਦੇ ਅੰਦਰ ਸੰਕਰਮਣ ਨਾਲ 501 ਲੋਕਾਂ ਦੀ ਮੌਤ ਹੋਈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,33,227 ਹੋ ਗਈ ਹੈ। ਕੋਰੋਨਾ ਵਾਇਰਸ ਸੰਕਰਮਣ ਨਾਲ ਮਰਨ ਵਾਲਿਆਂ ਦੀ ਦਰ ਘੱਟ ਹੋ ਕੇ 1.46% ਰਹਿ ਗਈ ਹੈ। ਕੇਂਦਰ ਨੇ ਕੋਰੋਨਾ ਵਾਇਰਸ ਮਾਮਲਿਆਂ ਦੀ ਵੱਧਦੀ ਗਿਣਤੀ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ ਰਾਤ ਦੇ ਕਰਫਿਊ ਨੂੰ ਲਾਗੂ ਕਰਨ ਦੇ ਪ੍ਰਸਤਾਵ ਤੇ ਸਿਹਤ ਮਾਹਿਰਾਂ ਅਤੇ ਕਾਨੂੰਨ ਪਰਿਵਰਤਨ ਏਜੰਸੀਆਂ ਦੀ ਰਾਏ ਮੰਗੀ ਹੈ। ਅਧਿਕਾਰੀ ਮੁਤਾਬਿਕ ਇਹ ਸੁਝਾਅ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ, ਸਿਹਤ ਅਧਿਕਾਰੀਆਂ, ਦਿੱਲੀ ਸਰਕਾਰ, ਦਿੱਲੀ ਪੁਲਿਸ ਸਮੇਤ ਵੱਖ-ਵੱਖ ਹਿਤਧਾਰਕਾਂ ਨਾਲ ਚਰਚਾ ਦੌਰਾਨ ਲਿਆ ਗਿਆ ਸੀ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਜੋ ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ-19 ਸਥਿਤੀ ਦੀ ਨਿਗਰਾਨੀ ਕਰ ਰਹੇ ਨੇ, ਇਹਨਾਂ ਦਾ ਵਿਚਾਰ ਹੈ ਕਿ ਇਸ ਕਦਮ ਨਾਲ ਆਰਥਿਕ ਗਤੀਵਿਧੀਆਂ ਵਿੱਚ ਰੁਕਾਵਟ ਪੈ ਸਕਦੀ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਵਿਆਹ ਵਿੱਚ ਮਹਿਮਾਨਾਂ ਦੀ ਗਿਣਤੀ 200 ਤੋਂ ਘਟਾ ਕੇ 50 ਕਰ ਦਿੱਤੀ ਸੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ 16 ਨਵੰਬਰ ਤੋਂ ਦਿੱਲੀ ਦੇ ਹਸਪਤਾਲਾਂ ਵਿੱਚ 200 ਤੋਂ ਵੱਧ ICU ਬੈੱਡ ਉਪਲਬਧ ਕਰਵਾਏ ਗਏ ਨੇ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਤੋਂ ਨਜਿੱਠਣ ਲਈ ਕੇਂਦਰ ਸਰਕਾਰ ਨੇ ਇੱਕ ਵਾਰ ਮੁੜ ਤੋਂ ਕਮਰ ਕੱਸ ਲਈ ਹੈ। ਕੇਂਦਰ ਸਰਕਾਰ ਨੇ ਅੱਜ ਯੂਪੀ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਲਈ ਹਾਈ ਲੈਵਲ ਟੀਮਾਂ ਭੇਜੀਆਂ ਨੇ। ਇਨ੍ਹਾਂ ਸੂਬਿਆਂ ਵਿੱਚ ਬੀਤੇ ਦਿਨੀ ਕੋਰੋਨਾ ਦੇ ਮਾਮਲੇ ਵਿੱਚ ਤੇਜ਼ੀ ਆਈ ਹੈ। ਇਸ ਤੋਂ ਪਹਿਲਾਂ ਕੇਂਦਰ ਨੇ ਗੁਜਰਾਤ, ਰਾਜਸਥਾਨ, ਹਰਿਆਣਾ ਤੇ ਮਣੀਪੁਰ ਵਿੱਚ ਕੋਰੋਨਾ ਦੀ ਸਥਿਤੀ ਤੇ ਨਿਗਰਾਨੀ ਲਈ ਵਿਸ਼ੇਸ਼ ਸਿਹਤ ਟੀਮਾਂ ਗਠਨ ਕੀਤੀਆਂ ਨੇ।
इस नाल ही छत्तीसगढ़ विच विशेष टीमां भेजियां जा चुकियां ने। दिल्ली, महाराष्ट्र, गुजरात, केरल समेत देश के कई सूबਿਆਂ विच पिछले दिनी कोरोना के मामले विच उछाल देखने को मिलिया। इस नाल देश विच कोरोना संक्रमण का खतरा बढ़ता दिखाई दे रहा है। इस ते केंद्र सरकार लगातार नजर बनाए हुए है। केंद्र सरकार दिल्ली विच मदद लई अगे आई है ते ओह सूबा सरकार दी हर संभव मदद कर रही है। दिल्ली विच बीते दिनी कोरोना के नवे मामले लगातार बढ़ रहे हैं। इत्थे प्रतिदिन करीब 100 मौतां हो रही हैं, जबकि करीब 5 तो 7 हज़ार मामले रोजाना सामने आ रहे हैं। अगे वधिया संसद के नवे भवन का नींह पत्थर अगले महीने रखा जाएगा ते आज़ादी की 75वीं वर्षगांठ तो बाद 2022 की सरहद रुੱਤ का पहला समागम नवे भवन में होने की संभावना है। लोक सभा के स्पीकर ओम बिरला ने पत्रकारों नाल गलबात करदे कहा कि इसलिए काम शुरू हो चुके हैं। उसारी के काम दौरान इस गल का पूरा ध्यान रखा जाएगा कि हवा और आवाज का प्रदूषण न होए। उन्होंने कहा कि अक्तूबर 2022 तक नवा संसद भवन बन के तैयार हो जाएगा। आज़ादी की 75वीं वर्षगांठ के मौके पर संसद समागम नवे भवन चो चलाया जाएगा। उन्होंने एक सवाल के जवाब में कहा कि दिसंबर में इसका नींह पत्थर रख दिया जाएगा। बिरला ने कहा कि मौजूदा संसद भवन नूं ਵੱਖ-ਵੱਖ संसदीय समारोह लिए तैयार किया जाएगा। नवे भवन की उसारी लिए एक निगरानी कमेटी भी बनाई जाएगी। बुलेटिन च फिलहाल समां ब्रेक दा ब्रेक तो बाद जल्द हाजिर होवांगे कुछ होर खास खबरां दे नाल। तुसीं बने रहो साडे नाल चंडीगढ़ टाइम टीवी ते। ब्रेक तो बाद दर्शकों एक बार फिर तो स्वागत। कॉमेडियन भारती सिंह तो बाद नशे के मामले में उसके पति हर्ष लिबाचिया नूं भी एनसीबी ने गिरफ्तार कर लिया। इसकी पुष्टि एनसीबी के जोनल डायरैक्टर समीर वानखेड़े द्वारा दी गई है। शनिवार नूं भारती ते हर्ष के घर ते एनसीबी ने रेड मारी सी, जिस विच उन्हां दे घरों भंग बरामद हुई। यही नहीं दस्सिया जा रहा है कि एनसीबी अधिकारियों नाल कीती गई पुछगिछ विच हर्ष ते भारती ने नशे लैण दी गल कबूली है। जिक्र खास है कि कार विच ड्रग्स मिलन तो बाद भारती ਅਤੇ हर्ष ਨੂੰ ਪੁੱਛਗਿੱਛ ਲਈ एनसीबी दफ्तर बुलाया गया ਸੀ। भारती ਅਤੇ हर्ष ਦੇ ਨੌਕਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। एनसीबी ने ਸਰੋਤ ਦਾ ਪਤਾ ਵੀ ਲਗਾਇਆ ਜਿੱਥੋਂ ਦੋਵਾਂ ਨੂੰ ਨਸ਼ੀਲੇ ਪਦਾਰਥ ਮਿਲਦੇ ਨੇ। गिरफ्तारी तो बाद भारती सिंह ਨੂੰ पूरी रात एनसीबी दफ्तर ਵਿੱਚ ਰੱਖਿਆ ਗਿਆ ਸੀ। भारती ਦੀ ਮਾਂ ਉਸ ਨੂੰ ਮਿਲਣ ਲਈ ਰਾਤ ਨੂੰ एनसीबी दफ्तर ਪਹੁੰਚੀ ਸੀ, ਪਰ ਉਸ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤਾਂ ਹੁਣ ਦੋਵਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਹਨਾਂ ਨੇ ਜ਼ਮਾਨਤ ਦੀ ਅਰਜ਼ੀ ਲਗਾਈ ਹੈ। हिंद किसान संघर्ष तालमेल कमेटी के कन्वीनर वीएम सिंह ने फेसबुक ते लाइव होकर किसानों को अपील की है कि वह 26-27 नवंबर को दिल्ली ना आउण। कोरोना के वध रहे प्रसार के मद्देनजर वीएम सिंह ने किसानों को केंद्रीय खेती कानूनों के विरोध वजों दिल्ली वल कूच करने तो मना किया है। उन्हें कहा कि इत्थे कोरोना वध रहा है, अजे विच किसान इत्थे आके रहणगे, इत्थे कोई रहन बहन का कोई प्रबंध नहीं है। इत्थे दस दईए कि कन्वीनर वीएम सिंह खुद कोरोना वायरस का शिकार हो रहे हैं। इस दे बावजूद उन्होंने अपने आप को अंदोलन तो बाहर कर लिया। उन्होंने किसानों को अपील करते हुए कहा कि वो अपने पिंडों में ही रहन और भुख हड़ताल से बैठ जान। दिल्ली में प्रदर्शन करने लिए किसानों को इजाजत नहीं मिली है, इस कारण कोई इंतजाम भी नहीं हो सके। इस कारण कन्वीनर ने किसानों को यह अपील की है। इत्थे दस दईए कि पंजाब भर के किसान केंद्र के विवादपूर्ण खेती कानूनों का विरोध लंबे समय तो कर रहे हैं। इस दे चलते किसानों ने हुण 26 ते 27 नवंबर को दिल्ली का घेराव करने का प्लान बनाया सी। किसानों ने वड्डी गिनती में ट्रैक्टर ट्रालियां ते दिल्ली वल कूच करने का ऐलान किया सी। किसानों ने यह चेतावनी भी दी सी कि जेकर रस्ते में किसी ने भी उन्होंने रोकने की कोशिश की तो उस थां चक्का जाम कर दिया जाएगा। खेती कानूनों खिलाफ किसानों वालों लगातार धरने ते बैठ के रोस जताया जा रहा है। पटियाला विच टोल प्लाजा उपर लगे धरने ते किसानों नाल खड़े सियासी लोग किसानों नाल जिथे सियासी पार्टियां दे आगू भी मोढे नाल मोढा जोड़ के सड़कों ते उतर चुके हैं। इस मौके फिल्मी अदाकार बीनू ढिल्लों ने भी शमूलियत की है। उन्होंने कहा कि किसानों के नाल किसान होने के नाम से समर्थन देन आए हाँ, सियासत उपर उठ के हर वर्ग नूं किसानों का साथ देना चाहिए। तो श्रोमणी अकाली दल के राजू खन्ना ने कहा कि किसाना मजदूरों की पार्टी है। अकाली दल जिस दिन आर्डीनेंस बिलों के खिलाफ किसानों की हमायत पार्टी है, जिसने केंद्र सरकार में हरसिमरत कौर दे अस्तीफा दिता है ते भाजपा नाल गठजोड़ भी तोड़ लिया। खन्ना ने कहा कि किसानों की आवाज़ दिल्ली भी पहुंचेगी। लोकतंत्र ਦੇ ਵਿੱਚ ਲੋਕਾਂ ਦਾ ਸਾਹ ਸਕਾਏ ਪਏ ਨੇ। ਜਿਹੜੀ ਪਰਜਾ ਖੁਸ਼ ਨਹੀਂ ਹੋਊਗੀ ਤਾਂ ਕੀ ਲੈਣਾ, ਉਹ ਜਿਹੇ ਰਾਜ ਦਾ ਕੀ ਫਾਇਦਾ। ਸੋ ਉਹੀ ਕਹਿੰਦੇ ਵੀ ਅਸੀਂ ਆਪਣੇ ਘਰੇ ਖੁਸ਼ ਹਾਂ। ਇਹ ਸੈਂਟਰ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਗਿਫਟ ਦੇ ਰਹੇ ਹਾਂ ਕਿਸਾਨ ਨੂੰ, ਪੰਜਾਬ ਦੇ ਕਿਸਾਨ ਨੂੰ। ਅਸੀਂ ਗਿਫਟ ਤੋਂ ਬਿਨਾਂ ਹੀ ਖੁਸ਼ ਹਾਂ। ਸਾਨੂੰ ਕੀ ਲੋੜ ਹੈ ਇਸ ਇਹੋ ਜਿਹੇ ਗਿਫਟ ਦੀ। ਅਸੀਂ ਆਪਣੇ ਘਰੇ ਰੁੱਖੀ ਮਿੱਸੀ ਖਾ ਕੇ ਪਹਿਲਾਂ ਹੀ ਖੁਸ਼ ਹਾਂ। ਸਾਨੂੰ ਉਹਨੇ ਜੋਗਾ ਛੱਡ
किसान मजदूर संघर्ष कमेटी के सूबा जनरल ਸਕੱਤਰ ਸਰਵਨ ਸਿੰਘ ਪੰਦੇਰ ਅਤੇ ਆਈਜੀ ਬਾਰਡਰ ਰੇਂਜ ਦੀ ਮੀਟਿੰਗ ਅੰਮ੍ਰਿਤਸਰ ਵਿੱਚ ਹੋਈ, ਜਿਸ ਵਿੱਚ ਕੱਲ ਹੋਣ ਵਾਲੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਹੈ। ਆਈਜੀ ਬਾਰਡਰ ਰੇਂਜ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਕੱਲ ਮੁੱਖ ਮੰਤਰੀ ਹੋਮ ਮੰਤਰੀ ਨਾਲ ਮਿਲਣ ਜਾ ਰਹੇ ਨੇ। ਹੋ ਸਕਦਾ ਹੈ ਕਿ ਉਹਨਾਂ ਦੀ ਕੱਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਨਾ ਹੋ ਸਕੇ ਤੇ ਮੰਗਲਵਾਰ ਨੂੰ ਮੀਟਿੰਗ ਹੋ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਮਾਲ ਗੱਡੀਆਂ ਤੇ ਪੈਸੇਂਜਰ ਗੱਡੀਆਂ ਨੂੰ ਨਾ ਚਲਾਉਣ ਲਈ ਜੋ ਕਿਸਾਨਾਂ ਨੂੰ ਕਹਿ ਰਹੀ ਹੈ, ਉਹ ਸਿੱਧਾ ਕਿਸਾਨਾਂ ਨੂੰ ਬਲੈਕਮੇਲ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਫਿਰੋਜ਼ਪੁਰ ਵਿੱਚ ਰੱਖੀ ਵਰਕਰ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਫਿਰੋਜ਼ਪੁਰ ਫੇਰ ਦੌਰਾਨ ਕਿਸਾਨਾਂ ਦੇ ਮੁੱਦੇ ਤੇ ਕੈਪਟਨ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਕਿਹਾ ਕਿ ਕੈਪਟਨ ਦੀ ਸਰਕਾਰ ਸੈਂਟਰ ਸਰਕਾਰ ਦੇ ਹੱਥਾਂ ਵਿੱਚ ਖੇਡਦੀ ਪਈ ਹੈ। ਇਸ ਕਰਕੇ ਸੈਂਟਰ ਸਰਕਾਰ ਤੇ ਦਬਾਅ ਬਣਾਉਣ ਦੀ ਬਜਾਏ ਕਿਸਾਨਾਂ ਤੇ ਦਬਾਅ ਬਣਾ ਕੇ ਕਿਸਾਨਾਂ ਦੇ ਧਰਨੇ ਨੂੰ ਫਿੱਕਾ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ। ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਸਪਸ਼ਟ ਸਟੈਂਡ ਹੈ ਕਿ ਜਿੱਥੇ ਵੀ ਕਿਸਾਨ ਉਹਨਾਂ ਦੀ ਪਾਰਟੀ ਦੀ ਜ਼ਿੰਮੇਵਾਰੀ ਲਗਾਉਣਗੇ ਉੱਥੇ ਡਟ ਕੇ ਅੱਗੇ ਹੋ ਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਅਕਾਲੀ ਦਲ ਖੜੀ ਵਿਖਾਈ ਦੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਪੈਦਲ ਯਾਤਰਾ ਕਰਦੇ ਹੋਏ ਜਦੋਂ ਪੁਰੀ ਦੇ ਸ੍ਰੀ ਜਗਨਨਾਥ ਮੰਦਿਰ ਪਹੁੰਚੇ ਤਾਂ ਉਹਨਾਂ ਦਾ ਪਹਿਰਾਵਾ ਵੇਖ ਕੇ ਦੁਆਰਪਾਲਾਂ ਨੇ ਗੁਰੂ ਜੀ ਨੂੰ ਖਲੀਫਾ ਸਮਝ ਲਿਆ ਤੇ ਮੰਦਿਰ ਵਿੱਚ ਪ੍ਰਵੇਸ਼ ਨਾ ਕਰਨ ਦਿੱਤਾ। ਇਸ ਤੋਂ ਬਾਅਦ ਜੋ ਹੋਇਆ ਉਹ ਬੇਤਾਂਤ ਗੁਰੂ ਜੀ ਦੀ ਉਪਮਾ ਵਿੱਚ ਹੋਰ ਵਾਧਾ ਕਰਦਾ ਹੈ। ਜਾਣਨ ਲਈ ਵੇਖੋ ਸਾਡੀ ਇੱਕ ਖਾਸ ਰਿਪੋਰਟ। ਦੁਨੀਆ ਦੇ ਭ੍ਰਮਣ ਦੌਰਾਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪੈਦਲ ਯਾਤਰਾ ਕਰਦੇ ਹੋਏ ਪੁਰੀ ਦੇ ਜਗਨਨਾਥ ਮੰਦਿਰ ਪਹੁੰਚੇ ਤਾਂ ਉੱਥੋਂ ਦੀ ਸਾਹਮਣੇ ਆਈ ਇੱਕ ਘਟਨਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਇਹ ਕਿੱਸਾ ਜਗਨਨਾਥਪੁਰੀ ਸਥਿਤ ਸ੍ਰੀ ਜਗਨਨਾਥ ਮੰਦਿਰ ਦੇ ਰਿਕਾਰਡ ਘਰ ਵਿੱਚ ਤਾੜ ਤੇ ਪੱਤਿਆਂ ਤੇ ਪਾਂਡੂ ਲਿਪੀ ਤੇ ਲਿਖਿਆ ਹੋਇਆ ਹੈ, ਜਿਸ ਤੇ ਲਿਖਿਆ ਹੋਇਆ ਹੈ ਕਿ ਪੁਰੀ ਦੇ ਰਾਜਾ ਪ੍ਰਤਾਪ ਰੁਦਰਦੇਵ ਦੇ ਸ਼ਾਸਨਕਾਲ ਦੇ 13ਵੇਂ ਸਾਲ ਵਿੱਚ ਗੁਰੂ ਨਾਨਕ ਮਰਦਾਨਾ ਅਤੇ 14 ਹੋਰ ਸੰਨਿਆਸੀਆਂ ਦੇ ਨਾਲ ਜਗਨਨਾਥ ਮੰਦਿਰ ਪਹੁੰਚੇ ਤਾਂ ਉਹਨਾਂ ਦਾ ਪਹਿਰਾਵਾ ਵੇਖ ਕੇ ਦੁਆਰਪਾਲਾਂ ਨੇ ਗੁਰੂ ਜੀ ਨੂੰ ਖਲੀਫਾ ਸਮਝ ਲਿਆ ਅਤੇ ਮੰਦਿਰ ਵਿੱਚ ਪ੍ਰਵੇਸ਼ ਨਾ ਕਰਨ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਸਮੁੰਦਰ ਦੇ ਕਿਨਾਰੇ ਚਲੇ ਗਏ ਅਤੇ ਉੱਥੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਉਸੇ ਰਾਤ ਰਾਜਾ ਨੂੰ ਸੁਪਨਾ ਆਇਆ ਤੇ ਪ੍ਰਭੂ ਜਗਨਨਾਥ ਨੇ ਆਦੇਸ਼ ਦਿੱਤਾ ਕਿ ਮੰਦਿਰ ਵਿੱਚ ਆਰਤੀ ਬੰਦ ਕਰ ਦਿੱਤੀ ਜਾਏ, ਕਿਉਂਕਿ ਮੈਂ ਉਸ ਵੇਲੇ ਉੱਥੇ ਨਹੀਂ ਹੁੰਦਾ, ਸਮੁੰਦਰ ਦੇ ਕਿਨਾਰੇ ਭਜਨ ਸੁਣ ਰਿਹਾ ਹੁੰਦਾ। ਰਾਜਾ ਨੇ ਉੱਥੇ ਜਾ ਕੇ ਦੇਖਿਆ ਤਾਂ ਗੁਰੂ ਨਾਨਕ ਕੀਰਤਨ ਕਰ ਰਹੇ ਸਨ ਅਤੇ ਭਗਵਾਨ ਜਗਨਨਾਥ, ਬਲਰਾਮ ਅਤੇ ਸੁਪਤਰਾ ਉੱਥੇ ਖੜੇ ਸਨ। ਰਾਜਾ ਨੇ ਗੁਰੂ ਨਾਨਕ ਦੇਵ ਜੀ ਤੋਂ ਮਾਫੀ ਮੰਗੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਕੇ ਸ੍ਰੀ ਜਗਨਨਾਥ ਮੰਦਿਰ ਪਹੁੰਚੇ। ਗੁਰੂ ਨਾਨਕ 24 ਦਿਨ ਪੁਰੀ 'ਚ ਰੁਕੇ। ਗੁਰੂ ਨਾਨਕ ਅਧਿਐਨ ਵਿਭਾਗ ਦੇ ਰਘੁਵੀਰ ਸਿੰਘ ਨੇ ਉੜੀਸਾ ਵਿੱਚ ਲਿਖੀ ਪਾਂਡੂ ਲਿਪੀ ਭਗਤ ਪੰਚੰਗ ਦਾ ਅਧਿਐਨ ਕੀਤਾ ਤਾਂ ਇਹ ਗੱਲ ਸਾਹਮਣੇ ਆਈ। ਇਹ ਪਾਂਡੂ ਲਿਪੀ ਸਨ 1504 ਤੋਂ 1534 ਦੇ ਦਰਮਿਆਨ ਸ਼ੀਸ਼ੂਮਠਪੁਰੀ ਦੇ ਜਸੋਬੰਦ ਦਾਸ ਨੇ ਲਿਖੀ ਹੈ, ਜਿਸ ਵਿੱਚ ਚੈਤਨ ਮਹਾਪ੍ਰਭੂ, ਜਗਨਨਾਥ ਦਾਸ, ਅਚੁੱਤਿਆਨੰਦ ਦਾਸ, ਗੁਰੂ ਨਾਨਕ ਦੇਵ ਅਤੇ ਸਿਸੁਨ ਦਾਸ ਦੀ ਪੂਰੀ ਯਾਤਰਾ ਦਾ ਵਰਣਨ ਕੀਤਾ ਗਿਆ। ਨਵਾਂ ਸ਼ਹਿਰ ਵਿੱਚ ਉਸ ਵੇਲੇ ਖਲਬਲੀ ਮਚ ਗਈ ਜਦੋਂ ਬਲਾਚੌਰ ਦੇ ਇੱਕ ਪਿੰਡ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਇੱਕ ਪ੍ਰੋਗਰਾਮ ਵਿੱਚ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਉਹਨਾਂ ਨਾਲ ਖੜੇ ਬਲਾਚੌਰ ਦੇ ਐਮਐਲਏ ਦਰਸ਼ਨ ਲਾਲ ਮੰਗੂਪੁਰ ਬੇਹੋਸ਼ ਹੋ ਕੇ ਡਿੱਗ ਗਏ ਤਾਂ ਮਨਪ੍ਰੀਤ ਬਾਦਲ ਨੇ ਆਪਣਾ ਭਾਸ਼ਣ ਬੰਦ ਕਰਕੇ ਉਹਨਾਂ ਨੂੰ ਸੰਭਾਲਿਆ। ਉਹਨਾਂ ਨੂੰ ਬਲਾਚੌਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੈ। ਗੜਸ਼ੰਕਰ ਵਿੱਚ 3 ਮਹੀਨੇ ਤੋਂ ਵੀ ਪਹਿਲਾਂ ਵਾਪਰੇ ਧਰਮਿੰਦਰ ਕਤਲकांड ਦੀ ਫੇਸਬੁੱਕ ਤੇ ਜ਼ਿੰਮੇਵਾਰੀ ਲੈਣ ਵਾਲੇ ਤੇ ਕਤਲ ਕੇਸ ਵਿੱਚ ਨਾਮਜ਼ਦ ਗੁਰਜਿੰਦਰ ਸਿੰਘ ਉਰਫ ਸੋਨੂ ਰੋਡ ਮਜ਼ਾਰੀਏ ਦੇ ਪੁਲਿਸ ਨੇ ਪੋਸਟਰ ਲਾਏ ਨੇ। ਸਥਾਨਕ ਪੁਲਿਸ ਨੇ ਸਥਾਨਕ ਪੁਲਿਸ ਸਟੇਸ਼ਨ ਸਮੇਤ ਸ਼ਹਿਰ ਵਿੱਚ ਗੈਂਗਸਟਰ ਦੇ ਪੋਸਟਰ ਲਗਾਏ ਨੇ। ਐਸਐਚਓ ਨੇ ਦੱਸਿਆ ਕਿ 10 ਅਗਸਤ ਦੀ ਰਾਤ ਨੂੰ ਨੰਗਲ ਰੋਡ ਤੇ ਇੱਕ ਦੁਕਾਨ ਵਿੱਚ ਬੈਠੇ ਧਰਮਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਕਤਲ ਮਾਮਲੇ ਵਿੱਚ ਗੁਰਜਿੰਦਰ ਸਿੰਘ ਉਰਫ ਸੋਨੂ ਰੋਡ ਮਾਚਾ ਨੂੰ ਨਾਮਜ਼ਦ ਕੀਤਾ ਗਿਆ ਸੀ ਜੋ ਹਾਲੇ ਤਾਈਂ ਫਰਾਰ ਚੱਲਿਆ ਰਿਹਾ। ਉਧਰ ਦੂਜੇ ਪਾਸੇ ਧਰਮਿੰਦਰ ਸਿੰਘ ਦੇ ਪਿਤਾ ਚਲਮਨ ਸਿੰਘ ਅਤੇ ਉਸ ਦੀ ਮਾਤਾ ਨੇ ਪੁਲਿਸ ਪ੍ਰਸ਼ਾਸਨ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਨਾ ਕਰਨ ਦਾ ਆਰੋਪ ਲਗਾਇਆ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀ ਨੂੰ ਬਚਾਇਆ ਜਾ ਰਿਹਾ ਹੈ। ਪਟਿਆਲਾ ਦੇ ਮਿਊਨਿਸਪਲ ਕਾਰਪੋਰੇਸ਼ਨ ਆਡੀਟੋਰੀਅਮ ਵਿੱਚ ਮਰਹੂਮ ਗਾਇਕ ਇਸ਼ਮੀਤ ਸਿੰਘ ਦੀ ਯਾਦ ਵਿੱਚ ਰਾਮ ਸੰਗੀਤ ਸਭਾ ਵੱਲੋਂ ਗ੍ਰੈਂਡ ਮਿਊਜ਼ੀਕਲ ਈਵਨਿੰਗ ਸਮਾਰੋਹ ਕੀਤਾ ਗਿਆ। ਇਸ ਦੌਰਾਨ ਚੜ੍ਹਦੀਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਸਤਬੀਰ ਸਿੰਘ ਜੱਦੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਜਿੱਥੇ ਇਸ਼ਮੀਤ ਸਿੰਘ ਨੂੰ ਯਾਦ ਕੀਤਾ ਗਿਆ ਉੱਥੇ ਹੀ ਕਈ ਉਭਰਦੇ ਗਾਇਕਾਂ ਨੇ ਆਪਣੀ ਉਭਰਦੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ।
ਡਾਕਟਰ ਸੁਮੰਗਲ ਅਰੋੜਾ ਦੀ ਅਗਵਾਈ ਵਿੱਚ ਇਸ ਸਮਾਰੋਹ ਨੂੰ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਮਸ਼ਹੂਰ ਡਾਇਰੈਕਟਰ ਰੋਬੀ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਇਸ਼ਮੀਤ ਸਿੰਘ ਦੇ ਪਿਤਾ ਗੁਰਪਿੰਦਰ ਸਿੰਘ ਨੇ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ਼ਮੀਤ ਸਿੰਘ ਦੀ ਯਾਦ ਵਿੱਚ 5ਵਾਂ ਸਾਲਾਨਾ ਦਿਹਾੜਾ ਮਨਾਇਆ ਜਾ ਰਿਹਾ ਹੈ। ਉਹਨਾਂ ਸਮਾਰੋਹ ਦੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ। शहर के धार्मिक स्थान शहीद बाबा बैरसियाना साहिब विखे इंडियन वैटनर्स ऑर्गेनाइजेशन के जिला प्रधान कैप्टन गुलाब सिंह की योग अगवाई हेठ वड्डी गिनती विच साबका सैनिकों की विशेष मीटिंग हुई, जिस दौरान सरकार वालों साबका सैनिकों दीआं पेंशनां विच कटौती किए जाने के प्रस्ताव की वख-वख बुलारियां ने निखेधी की। इस मौके आगुआं ने कहा कि इतिहास विच पहलां कदी भी अजिहा फैसला नहीं होया जो सरकार की अति घटिया सोच का प्रतीक है। फिलहाल खबरां दे इस बुलेटिन च इन्ना ही। देश दुनिया दी बाकी खबरां दी जानकारी लई तुसीं बने ਰਹੋ ਸਾਡੇ ਨਾਲ। चढ़ी का टाइम टीवी ते धन्यवाद।